ਮਾਸੇਲ हाँ ਪਹਿਲੇ ਮੇਰੇ ਭਤਰੀਏ ਨਾਲ ਸ਼ਾਦੀ ਹੋਈ ਸੀ। अच्छा असगर साहब की बहू नहीं सी है अभी। असगर साहब की बहू थी। ठीक है। ठीक है। उसके बाद कुछ ऐसे हालात हो गए जिन्हों पंजाबी च कहने के मियाँ दे के जावे फर्जी दा दाल ते घर गोश पक्की होवे हाँ 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 ते यानी कि ओ वो खतून दा रहन सहन को चलन चाल चलन ठीक नहीं सी। ठीक नहीं सी। हाँ ठीक है। मेरे भतरीए ने जरा छोटा है नवीद असगर हाँ। उन्हें कहा कि भाभी ये ना काम कर ठीक है। साड़ी इज्जत हैगी बिल्कुल ठीक है। ਅਸੀਂ ਡਾਕਟਰੀ ਪੇਸ਼ਾ ਹੈਗਾ हाँ ਤੇ ਸਾਡੀ ਇੱਜ਼ਤ 'ਚ ਬੜਾ ਫਰਕ ਪੈਂਦਾ। बिल्कुल सही है। ਉਹ ਅੱਗੋਂ ਗਲਤ ਅਲਫਾਜ਼ ਬੋਲ ਕੇ ਉਹਨੂੰ ਕਿਹਾ ਕਿ ਬਈ ਤੂੰ ਆਪਣਾ ਕੰਮ ਕਰ ਮੈਨੂੰ ਆਪਣਾ ਕੰਮ ਕਰਨ ਦੇ ਲਿਹਾਜ਼ਾ ਕਿ ਇਸ ਬਣਾ ਦੇ ਉੱਤੇ ਕਰ ਕਰਾ ਕੇ ਤੇ ਉਹਨਾਂ ਨੇ ਤਲਾਕ ਦੇ ਦਿੱਤੀ। अच्छा हुमा नु तलाक हो चुकी है। ਤਲਾਕ ਹੋ ਚੁੱਕੀ सुहेल ने तलाक दे दी। ਤਲਾਕ ਦੇਤੀ ਹੋਈ ਹੈ। इसलिए फिर इल्जाम लगा रही सी कि जी ਉਹ ਜਿਹੜੀ ਹੁਮੈਰਾ ਹੈ ਉਹ ਆਪਣੇ ਬਾਪ ਦੀ ਜਾਇਦਾਦ ਵਿੱਚੋਂ ਆਪਣਾ ਹਿੱਸਾ ਮੰਗਦੀ ਨਹੀਂ ਪਈ ਸੀ। ਅਜੇ ਦੇਖੋ ਮੇਰੀ ਗੱਲ ਅਜੇ ਮੇਰਾ ਸਾਡੀ बेटी है बच्ची सी बिल्कुल लेकिन अजय उनकी कोई शादी नहीं हुई। ठीक है। इससे बड़ी बहन हैगी है उसकी भी शादी नहीं हुई। ठीक है। ठीक है। दो भाई हैं दो दो बहनें। बहनें हैं। हाँ ठीक है। सेल असगर जो है वो सबसे बड़ा है। ठीक है। ठीक है। वो उसके बाद श्यामा बीबी है वो बहन है। बहन है बीमार है। अच्छा अच्छा अच्छा। ठीक है। कोई दिमागी सुहेल सही भी नहीं। बीमार है असगर साहब भी हयात ने और ਉਹਨਾਂ ਦੀ ਵਾਲਦਾ ਜਿਹੜੀ ਜ਼ੋਜਾ ਮੁਹਤਰਮਾ ਹੈ वो ਉਹ ਵੀ भी ਹयात। याद है अच्छा जी। अच्छा ਹੁਮਾ ਨੇ ਫਿਰ ਇਸ ਤਰ੍ਹਾਂ ਦੇ ਜਿਹੜੇ ਇਲਜ਼ਾਮ ਲਗਾਏ ਨੇ। ਹਾਂਜੀ ਹੋ ਜਾਓ। जी ਅੱਛਾ ਅੰਕਲ ਜੀ ਹੁਮਾ ਨੇ ਜਿਹੜੇ ਇਲਜ਼ਾਮ ਲਗਾਏ ਨੇ ਕਿ ਜੀ ਇਹ ਬੇਬੁਨਿਆਦ ਨਹੀਂ। ਦੇਖੋ ਮੇਰੀ ਗੱਲ ਸੁਣੋ ਕਿਉਂਕਿ ਕਿਸੇ ਦੇ ਉੱਤੇ ਅੱਲਾ ਮਾਫੀ ਦੇਵੇ ਤੋਮਤ ਨਹੀਂ ਲਾਣੀ ਚਾਹੀਦੀ। ਬਿਲਕੁਲ ਨਹੀਂ ਲਾਣੀ ਚਾਹੀਦੀ। ਠੀਕ ਹੈ। बिल्कुल सही कह रहे ਅਸੀਂ ਵੀ ਐਸੇ ਧਰਤੀ ਤੇ ਆਣਾ ਹੈ ਬਿਲਕੁਲ ਭਾਵੇਂ ਤੁਸੀਂ ਜੇ ਭਾਵੇਂ ਮੈਂ ਵਾਂ। ਠੀਕ ਹੈ। ਠੀਕ ਹੈ। ਮਰਨਾ ਬਰਹਕ ਹੈ। ਬਿਲकुल ਅੱਲਾਹ ਤਾਲਾ ਨੇ ਜੋ ਟਾਈਮ ਮੁਕਰਰ ਲਿਖ ਦਿੱਤਾ ਨਾ ਉਹ ਮਰਨਾ ਹੀ ਮਰਨਾ ਹੈਗਾ। ਚਾਹੇ ਇੱਥੇ ਸਾਨੂੰ ਮੌਤ ਆ ਜਾਏ ਭਾਵੇਂ ਅੱਗੇ ਦੋ ਕਦਮ ਚੁੱਕ ਦੇ ਨਾਲ ਹੀ ਸਾਨੂੰ ਮੌਤ ਆ ਜਾਏ। ਅੱਛਾ ਫਿਰ ਹੁਮਾ ਇਸ ਹਾਲਾਤ ਦੇ ਵਿੱਚ ਇਹ ਮੌਕਾ ਨਹੀਂ ਸੀ ਕੋਈ ਗੱਲਾਂ ਕਰਨ ਦਾ ਕਿਸੇ ਵੀ ਕਿਸਮ ਦੀਆਂ। ਉਹਨੇ ਫਿਰ ਕਿਉਂ ਮੀਡੀਆ ਦੇ ਨਾਲ ਰਾਬਤਾ ਕਰਕੇ ਤੇ ਇਹ ਬੇਬੁਨਿਆਦ ਕਿਸਮ ਦੇ ਐਸੇ ਇਲਜ਼ਾਮ ਲਗਾਏ ਨੇ ਉਹਦੀ ਕੀ ਵਜ੍ਹਾ ਹੈ? ਦਰਅਸਲ ਅੱਜ ਤੋਂ ਕੁਝ ਦੇਰ ਪਹਿਲੇ ਪਿੱਛੇ ਚਲੇ ਜਾਓ ਕਿ ਉਹ ਕਹਿੰਦੇ ਸੀ ਕਿ ਸਾਨੂੰ ਹਿੱਸਾ ਦਿਓ। ਹੁਮਾ ਖੁਦ ਕਹਿੰਦੀ ਸੀ। ਖੁਦ ਕਹਿੰਦੀ ਸੀ। ਹਾਂ ਉਹ ਉਹਦਾ ਮੇਰਾ ਭਤਰੀਆ ਵੱਡਾ ਜਿਹੜਾ ਸੌਲ ਅਸਗਰ ਹੈਗਾ ਉਹ ਕਹਿੰਦਾ ਸੀ ਕਿ ਮੈਂ ਨਹੀਂ ਇੱਥੋਂ ਜਾਣਾ ਠੀਕ ਹੈ। सुहेल कह रहा सी हाँ ਤੇ ਲੇਕਿਨ ਉਹ ਮਜਬੂਰ ਕਰਦੀ ਸੀ ਕਿ ਬਈ ਇੱਥੋਂ ਚਲੀਏ। ਉਹ ਅਲੱਗ ਰਹਿਣ ਤੇ ਮਜਬੂਰ ਕਰਦੀ ਸੀ ਜੋ ਆਮ ਖਵਾਤੀਨ ਦੇ ਵਿੱਚ ਹੁੰਦਾ ਖਵਾਤੀਨ ਹੈ। ਇਹ ਹੁੰਦਾ। ਉਸ ਤੋਂ ਬਾਅਦ ਜਿਹੜਾ ਮਾਮਲਾਤ ਹੁੰਦੇ ਨੇ ਉਹ ਕਹਿੰਦਾ ਕਿ ਨਹੀਂ ਮੈਂ ਇੱਥੇ ਮਾਂ ਪਿਓ ਦੇ ਕੋਲ ਮੈਨੂੰ ਸਕੂਨ ਹੈਗਾ। ਹਾਂ ਠੀਕ ਹੈ। ਠੀਕ ਹੈ। ਲੇਕਿਨ ਤੂੰ ਮੈਨੂੰ ਬਾਹਰ ਕਿਉਂ ਲੈ ਕੇ ਜਾਣਾ ਚਾਹਨੀ? ਬਿਲਕੁਲ ਸਹੀ ਹੈ। ਠੀਕ ਹੈ। ਇੱਕ ਆਲਰੇਡੀ ਮੇਰੇ ਮਾਂ-ਬਾਪ ਨੇ ਕੋਲ ਨੇ ਹਰ ਦੁੱਖ ਦਰਦ ਦੇ ਸ਼ਰੀਕ ਹੈਗੇ ਮੈਂ ਉਹਨਾਂ ਦੇ ਸ਼ਰੀਕ ਹੋਣਾ। ਤੈਨੂੰ ਆਪਣਾ ਬੀਵੀ ਬਣਾ ਕੇ ਮੈਂ ਲਿਆਂਦਾ ਹੈਗਾ ਲੇਕਿਨ ਮੇਰੀ ਪਾਸਦਾਰੀ ਕਰ। ਲੇਕਿਨ ਉਹ ਪਾਸਦਾਰੀ ਬਜਾਏ ਅੱਖਾਂ ਵਹਾਉਂਦੀ ਸੀ। ਅੱਛਾ ਹੁਮਾ ਅੱਖਾਂ ਦਿਖਾਉਂਦੀ ਸੀ। ਅੱਖਾਂ ਦਿਖਾਉਂਦੀ ਸੀ ਜਿੱਥੋਂ ਤੱਕ ਉਹ ਘਰਦਿਆਂ ਦੇ ਬਕੌਲ ਆਪਣਾ ਉਹ ਮਸਾਂਗੇ ਹੁਣ ਝੱਗਾ ਚੁੱਕਾਂਗਾ ਤੇ ਢਿੱਡ ਆਪਣਾ ਨੰਗਾ ਹੋਣਾ ਬਿਲਕੁਲ। ਤੇ ਲੇਕਿਨ ਉਹ ਇਸ ਦੀ ਬਣਾ ਤੇ ਉਹਨਾਂ ਇਹਨੂੰ ਨੇ ਤਲਾਕ ਕਿੰਨਾ ਅਰਸਾ ਹੋਇਆ ਹੋਏ ਦੇ? ਇਹ ਤਕਰੀਬਨ 6-7 ਮਹੀਨੇ ਤਕਰੀਬਨ ਹੋ ਬੱਚੇ ਵੀ ਐਸੀ ਉਹਦੇ? ਬੱਚੇ ਦੋ ਮਾਸ਼ਾਅੱਲਾ ਨੇ। ਇੱਕ ਐਡਾ ਕੋ ਬੱਚੀ ਕੀ ਤੇ ਇੱਕ ਐਡਾ ਕੋ ਬੱਚਾ ਹੈਗਾ। ਉਮਰਾਂ ਦਾ ਮੇਰਾ 13-14 ਸਾਲ ਦੀ ਬੱਚੀ ਕੋਈ 11-12 ਸਾਲ ਦਾ ਬੱਚਾ ਹੈਗਾ। ਤੁਹਾਡੀ ਵੀ ਕਦੀ ਹੁਮੈਰਾ ਦੇ ਨਾਲ ਕੋਈ ਗੱਲਬਾਤ ਹੋਈ ਸੀ ਕੋਈ ਮੁਲਾਕਾਤ ਹੋਈ ਸੀ? ਆਖਰੀ ਦਫਾ ਕੀ ਹੋਈ ਸੀ ਤੇ ਕਿਵੇਂ ਦੀ ਉਹ ਲੜਕੀ ਸੀ? ਮੈਂ ਕਹਿੰਦਾ ਕਿ ਨੇਕ ਬੱਚੀ ਸੀ। ਸਾਡੀ ਵੀ ਬੇਟੀਆਂ ਨੇ जी जी बिल्कुल ਲੇਕਿਨ ਇੰਨੀ ਨੇਕ ਖਾਤੂਨ ਮੈਂ ਨਹੀਂ ਦੇਖੀ। ਫਿਰ ਇਹ ਕੀ ਵਜ੍ਹਾ ਕਿ ਤੁਹਾਡੇ ਬਾਰੇ ਚ ਤੁਹਾਡੀ ਫੈਮਿਲੀ ਦੇ ਬਾਰੇ ਚ ਕਿਹਾ ਜਾ ਰਿਹਾ ਸੀ ਕਿ ਜਦੋਂ ਅਸੀਂ ਮੌਤ ਦੀ ਇਤਲਾਹ ਦਿੱਤੀ ਤੇ ਘਰਦਿਆਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਸੀ? ਨਹੀਂ ਉਹ ਸਿਰਫ ਇੱਕ ਜ਼ਿਹਨੀ ਆਪਸੈਟ ਸੀ। ਮੰਮੀ ਉੱਥੇ ਮੌਜੂਦ ਹੈਗਾ ਸਾ। ਅੱਛਾ ਘਰ ਅਸਗਰ ਸਾਹਿਬ ਦੇ ਕੋਲ ਮੌਜੂਦ ਸੀ ਉਸ ਸਮੇਂ? ਮੌਜੂਦ ਸੀ। ਠੀਕ ਹੈ। ਮੇਰੀ ਭਾਬੀ ਆਪਣਾ ਕੋਲ ਮੈਂ ਮੌਜੂਦ ਸਾਂ। ਸਾਰੇ ਅਸੀਂ ਬੈਠੇ ਸਾਂ। ਮੈਂ ਸਗੋਂ ਕਿਹਾ ਮੇਰੇ ਬੇਟੇ ਨੇ ਕਿਹਾ ਹੈ ਕਿ ਬਈ ਇੱਕ ਵਾਰੀ ਉਹਨੂੰ ਲਿਆਣਾ ਚਾਹੀਦਾ ਹੈਗਾ ਕਿਉਂਕਿ ਇੱਥੇ ਠੀਕ ਹੈ
ਸਾਡੀ ਭੈਣ ਵੀ ਫੌਤ ਹੋਈ ਹੋਈ ਹੈ, ਹਾਂ। ਲੇਕਿਨ ਅਸੀਂ ਇੱਕ ਦੁੱਖ ਅਜੇ ਸਹੇ ਨਹੀਂ ਤੇ ਦੂਸਰਾ ਸਾਨੂੰ ਦੁੱਖ ਪੈ ਗਿਆ। ਸਹੀ ਹੈ। ਅੱਛਾ, ਤੇ ਹੁਮੈਰਾ ਦੇ ਨਾਲ ਫੈਮਿਲੀ ਨੇ ਲਾ ਤਾਲੁਕੀ ਕਦੋਂ ਦੀ ਕੀਤੀ ਹੋਈ ਸੀ? ਰਾਬਤਾ ਕਦੋਂ ਤੋਂ ਉਹਦਾ ਨਾਲ ਮੁਨਕਤਾ ਕੀਤਾ ਸੀ ਕਿੰਦੇ ਨਾਲ ਜੀ? ਹੁਮੈਰਾ ਦੇ ਨਾਲ? ਮੇਰਾ ਦੇ ਨਾਲ ਹੁਮੈਰਾ ਦੇ ਨਾਲ ਇਹ ਹੈਗਾ ਤਕਰੀਬਨ ਮੇਰੀ ਭਾਬੀ ਕਹਿੰਦੀ ਕਿ ਤਕਰੀਬਨ ਸਾਲ ਕੁ ਹੋ ਗਿਆ ਅੰਦਾਜ਼ਨ, ਤੇ ਉਹ ਅਸੀਂ ਕਾਲ ਕੀਤੀ, ਗੱਲਬਾਤ ਹੋਈ ਹੈ, ਲੇਕਿਨ ਆਪਣਾ ਉਸ ਤੋਂ ਬਾਅਦ ਉਹਨੇ ਰਾਬਤਾ ਨਾ ਉਹਨੇ ਕੀਤਾ, ਅਸੀਂ ਸਗੋਂ ਫੋਨ ਕਰਦੇ ਰਹੇ ਹਾਂ, ਲੇਕਿਨ ਸਾਨੂੰ ਆਪਣਾ ਵਾਪਸੀ ਕੋਈ ਰਸਤਾ ਨਹੀਂ ਮਿਲਿਆ। ਅੱਛਾ ਅੰਕਲ ਜੀ, ਇਹ ਦੱਸੋ ਕਿ ਹੁਮੈਰਾ ਦੀ ਜਿਸ ਹਾਲਾਤ ਦੇ ਵਿੱਚ ਡੈੱਡ ਬੋਡੀ ਮਿਲੀ ਹੈ ਜੀ ਔਰ ਦੱਸਿਆ ਜਾ ਰਿਹਾ ਕਿ ਕੋਈ 6 ਮਹੀਨੇ ਕਹਿ ਰਿਹਾ, ਕੋਈ 9 ਮਹੀਨੇ ਕਹਿ ਰਿਹਾ, ਤੁਸੀਂ ਕੀ ਸਮਝਦੇ ਹੋ ਕਿ ਹੁਮੈਰਾ ਦੀ ਮੌਤ ਤਬੀ ਮੌਤ ਹੈ, ਖੁਦ ਆਪਣੀ ਮੌਤ ਉੱਥੇ ਘਰ ਦੇ ਵਿੱਚ ਉਹ ਹੋਈ ਹੈ, ਜਾਂ ਫਿਰ ਉਹਨੂੰ ਕੋਈ ਕਤਲ ਕੀਤਾ ਗਿਆ? ਦੇਖੋ ਮੇਰੀ ਗੱਲ ਸੁਣ, ਇਹ ਤਾਂ ਮਾਲਕ ਮਕਾਨ ਨੂੰ ਜ਼ਿਆਦਾ ਇਲਮ ਹੈਗਾ, ਕਿਉਂਕਿ ਦੇਖੋ ਮੇਰੀ ਗੱਲ ਸੁਣ, ਮੈਂ ਤੁਹਾਡੇ ਕੋਲ ਹਰ ਮਹੀਨੇ ਦੀ 10 ਤਰੀਕ ਨੂੰ ਆਵਾਂਗਾ ਜਾਂ ਪਹਿਲੀ ਤਰੀਕ ਨੂੰ ਆਵਾਂਗਾ, ਤੇ ਮੈਂ ਕਿਰਾਇਆ ਲੈਣ ਵਾਸਤੇ ਆਣਾ ਹੈ। ਹੋਰ ਬਿਲਕੁਲ ਠੀਕ ਹੈ। ਠੀਕ ਹੈ। ਅੱਛਾ ਚਾਚਾ ਜੀ, ਤੁਹਾਨੂੰ ਕਿਸ ਤਰ੍ਹਾਂ ਇਤਲਾ ਮਿਲੀ ਸੀ ਹੁਮੈਰਾ ਦੀ ਮੌਤ ਵਾਕਿਆ ਹੋ ਗਈ ਹੈ? ਮੈਨੂੰ ਮੇਰੀ ਭਣੇਵੀਂ ਰਹਿੰਦੀ ਇੱਥੇ ਕੱਚੀ ਕੋਠੀ ਹੈਗੀ ਠੋਕਰ ਦੇ ਕੋਲ ਕਰਕੇ, ਉੱਥੇ ਕਰਕੇ ਮੇਰੀ ਭਣੇਵੀਂ ਰਹਿੰਦੀ, ਤੇ ਉਹ ਛੋਟੀ ਭਣੇਵੀਂ ਨੇ ਮੈਨੂੰ ਫੋਨ ਕੀਤਾ, ਮਾਮੂ ਜੀ ਇਹ ਗੱਲ ਹੈਗੀ ਹੈ, ਤੇ ਉਹ ਜਿਹੜਾ ਸਾਡਾ ਰਿਸ਼ਤੇਦਾਰ ਹੈ ਨਾ, ਉਹ ਮੀਡੀਆ 'ਚ ਹੀ ਲੱਗਾ ਆ, ਤੇ ਉਹਨੇ ਉਹਨੂੰ ਘਰ ਆ ਕੇ ਦੱਸਿਆ, ਉਹਨੇ ਕਿਹਾ ਕਿ ਮਾਮੂ ਨਾਲ ਤੂੰ ਪਹਿਲੇ ਤਸਦੀਕ ਕਰ, ਵਾਕਿਆ ਇਹ ਸਹੀ ਹੈ ਕਿ ਗੱਲਬਾਤ ਕਿ ਨਹੀਂ ਹੈਗੀ ਕਿ ਕਿਸੇ ਨੇ ਅਫਵਾਹ ਉਡਵਾਈ ਹੈ। ਅੱਛਾ ਅੰਕਲ ਜੀ, ਤੁਸੀਂ ਹੁਣ ਕੀ ਚਾਹੁੰਦੇ ਹੋ ਕਿ ਤਹਿਕੀਕਾਤ ਪੂਰੀ ਹੋਣੀ ਚਾਹੀਦੀ ਹੈ, ਪਤਾ ਲੱਗਣਾ ਚਾਹੀਦਾ ਹੈ ਕਿ ਹੁਮੈਰਾ ਦੀ ਮੌਤ ਕਿਵੇਂ ਹੋਈ ਸੀ, ਕਸੂਰਵਾਰ ਕੌਣ ਹੈ, ਕੌਣ ਉਹਨੂੰ ਤੰਗ ਕਰਦਾ ਪਿਆ ਸੀ, ਉਹਦੀ ਜ਼ਿੰਦਗੀ ਦੇ ਵਿੱਚ ਕੀ ਮਾਮਲਾਤ ਚੱਲਦੇ ਪਏ ਸੀ? ਦੇਖੋ ਅੱਜ ਤੱਕ ਸਾਨੂੰ ਇਹ ਨਹੀਂ ਮਿਲੀ ਕਿ ਸਾਨੂੰ ਕੌਣ ਤੰਗ ਕਰਦਾ ਕੌਣ ਨਹੀਂ ਕਰਦਾ। ਇੱਥੇ ਆਂਦੀ ਸੀ ਅਲਹਮਦੁਲਿਲਾ, ਯਤੀਮਖਾਨੇ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਆਪਣਾ ਕੱਪੜੇ ਦੇ ਕੇ ਜਾਂਦੀ ਸੀ, ਪੈਸੇ ਦੇ ਕੇ ਜਾਂਦੀ ਸੀ, ਬੜਾ ਕੁਛ ਉਹ ਕਰਦੀ ਸੀ। ਔਰ ਅਲਹਮਦੁਲਿਲਾ ਜਿਹੜੇ ਮੇਰੇ ਭਰਾ ਨੇ ਉਹ ਵੀ ਐਸੇ ਹੀ ਲੈਣ ਤੇ ਨੇ, ਅੱਲਾ ਦੀ ਰਹਿਮਤ ਤੇ। ਔਰ ਇਹ ਜਿਹੜੇ ਕਬਰ ਦੇ ਇੰਤਜ਼ਾਮਾਤ ਕੀਤੇ ਜਾ ਰਹੇ ਨੇ, ਇਹ ਤੁਸੀਂ ਕਰਵਾ ਰਹੇ ਹੋ ਕਿ ਹੁਮੈਰਾ ਦੇ ਵਾਲਿਦ ਸਾਹਿਬ ਕਰਵਾ ਰਹੇ ਨੇ? ਇਹ ਅੱਲਾ ਕਰਵਾ ਰਿਹਾ ਜੀ। ਹਾਂਜੀ ਠੀਕ ਹੈ। ਚਾਹੇ ਮੈਂ ਕਰ ਦੇਵਾਂ ਜਾਂ ਤੁਸੀਂ ਕਰ ਦਿਓ ਜਾਂ ਹੋਰ ਕੋਈ ਭਰਾ ਕਰ ਦਿਓ, ਕਿਉਂਕਿ ਅੱਜ ਅਸੀਂ ਕਿਸੇ ਦੀ ਤਰਸੀਨ ਕਰਾਂਗੇ ਨਾ, ਕੱਲ ਕੋਈ ਸਾਡੀ ਕਰੇਗਾ। ਯਾਨੀ ਕਿ ਤੁਸੀਂ ਆਪਣੀ ਇਸ ਬੱਚੀ ਨੂੰ ਇੱਜ਼ਤ ਦੇ ਨਾਲ ਇਸ ਦੁਨੀਆ ਤੋਂ ਰੁਖਸਤ ਕਰਨਾ ਚਾਹ ਰਹੇ ਹੋ, ਕਿਸੇ ਕਿਸਮ ਦਾ ਕੋਈ ਗਿਲਾ ਸ਼ਿਕਵਾ ਨਹੀਂ ਹੈ? ਕੋਈ ਗਿਲਾ ਸ਼ਿਕਵਾ ਨਹੀਂ ਗਿਆ। ਅਸੀਂ ਤੇ ਸਾਡੇ ਭੈਣ ਭਰਾ ਕੋਈ ਵੀ ਹੈ ਨਾ, ਅਸੀਂ ਕਿਸੇ ਸ਼ਿਕਵਾ ਗਿਲਾ ਨਹੀਂ ਕਰਦੇ। ਠੀਕ ਹੈ। ਤੇ ਜਿਨ੍ਹਾਂ ਲੋਕਾਂ ਨੇ ਤੁਹਾਡੇ ਤੇ ਤਨਕੀਦ ਕੀਤੀ ਹੈ ਉਹਨਾਂ ਨੂੰ ਕੀ ਕਹੋਗੇ? ਉਹਨਾਂ ਦਾ ਅੱਲਾ ਭਲਾ ਕਰੇ, ਅਸੀਂ ਤੇ ਇਹੀ ਕਹਿ ਸਕਦੇ। ਅੱਲਾ ਉਹਨੂੰ ਰਾਹ ਰਾਸ ਦੀ हदायत देवे। बहुत शुक्रिया जी। नाज़रीन, ये हुमैरा असगर के चाचू थे जो इस वक्त कब्रिस्तान में अपनी मरहूमा भतीजी की कब्र की तैयारियों में मसरूफ़ थे, और उन्होंने आगे बड़ा तफसीलन बताया कि इन पर या फिर इनके जो बाकी फैमिली पर जो इल्ज़ामात लगाए जा रहे थे उनमें किसी किस्म की कोई सदाकत नहीं है। वो लड़की किस किस्म की थी, कैसी थी, वो उसके बारे में भी उन्होंने बताया। और जो एक मुबैना खातून जो सामने आकर इस फैमिली पर और मरहूमा पर जो इल्ज़ाम लगा रही थी उसके पीछे क्या सदाकत है, वो मरहूमा के बारे में ये बता रही थी कि वो अपने घर वालों से जो है वो हिस्सा लेना चाहती थी, लेकिन असल में वो खातून को तलाक याफ्ता वो खातून है, वो माजी में कभी हुमैरा की भाभी रह चुकी है, लेकिन उसके भी कुछ इस तरह के जो मामलात के बारे में उन्होंने बताया वो यकीनन आपने सुन लिया होगा। अब देखना ये है कि इस तरह के मामलात, इन तरह के हालात में आकर जो है वो इस तरह के इल्ज़ाम लगाना, मैं नहीं समझता कि वो अच्छे होंगे। लेकिन हुमैरा के चाचू की जानिब से उनका ये कहना है कि हमने बाइज्जत तरीके से अपनी बेटी को रुखसत करेंगे, किसी किस्म का कोई गिला नहीं है, किसी किस्म की किसी से कोई शिकायत नहीं है, लेकिन ये चाहते हैं कि इस केस में जो शफाफ तहकीकात होनी चाहिए, इन्वेस्टिगेशन होनी चाहिए कि असल में कसूरवार कौन था। ये आप देख सकते हैं कि जो हुमैरा असगर की जो आखिरी आरामगाह वो तकरीबन तैयार कर ली गई है, और उसके बाद जो है वो थोड़ी देर बाद नमाज जनाजा अदा किया जाएगा। जैसे ही हुमैरा की जो मैयत है वो लाहौर पहुंचती है, फिर उसके बाद जो तदफीन का अमल है वो किया जाएगा। ये नाज़रीन अब तक की अहम डेवलपमेंट थी इस केस के बारे में। मज़ीद इस हवाले से आपको मज़ीद आगाह करेंगे, तब तक के लिए अल्लाह ने के बाद।